ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਹੈਪੀ ਕੰਪਿਊਟਰ 'ਤੇ। ਸੋ ਕੱਲ੍ਹ ਆਪਾਂ MCQ ਲੈ ਕੇ ਆਏ ਸੀਗੇ 20 MCQ ਜੋ ਤੁਹਾਡੇ ਐਗਜ਼ਾਮ ਦੇ ਲਈ ਇੰਪੋਰਟੈਂਟ ਸਨ। ਸੋ ਅੱਜ ਤੁਹਾਨੂੰ ਮੈਂ ਕੱਲ੍ਹ ਕਿਹਾ ਸੀ ਕਿ ਇੱਕ 50 MCQ ਲੈ ਕੇ ਆਵਾਂਗੇ ਜੋ ਤੁਹਾਡੇ ਐਗਜ਼ਾਮ ਦੇ ਲਈ ਇੰਪੋਰਟੈਂਟ ਹੋਣਗੇ। ਸੋ ਅੱਜ ਆਪਾਂ ਜੋ ਵੀਡੀਓ ਲੈ ਕੇ ਆਏ ਹਾਂ 50 MCQ ਦੀ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਕੱਲ੍ਹ ਐਗਜ਼ਾਮ ਹੈ ਮਾਸਟਰ ਕੇਡਰ SST ਦਾ। ਆਪਣੇ ਕੋਲ ਟਾਈਮ ਬਹੁਤ ਹੀ ਘੱਟ ਹੈ, ਸੋ ਇਸ ਕਰਕੇ ਮੈਂ ਜੋ ਵੀਡੀਓ ਬਣਾਈ ਹੈ MCQ ਦੀ ਹੀ ਬਣਾਈ ਹੈ, ਕਿਉਂਕਿ ਆਪਣੇ ਕੋਲ ਟਾਈਮ ਘੱਟ ਹੈ। ਸੋ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਹਾਂ 50 MCQ। ਅਤੇ ਤੁਸੀਂ ਆਪਦਾ ਥੱਲੇ ਕਮੈਂਟ ਕਰਕੇ ਦੱਸਣੇ ਹੈ ਕਿ ਤੁਹਾਡੇ 50 ਦੇ ਵਿੱਚੋਂ ਕਿੰਨੇ ਸਹੀ ਨੇ। ਠੀਕ ਹੈ ਜੀ, ਤੁਹਾਨੂੰ ਮੈਂ ਉਹੀ 1 ਜਾਂ 2 ਸਕਿੰਟ ਦਾ ਟਾਈਮ ਦਊਂਗਾ ਸੋਚਣ ਦੇ ਲਈ, ਅਤੇ ਤੁਸੀਂ ਆਪਦਾ ਦੱਸਣਾ ਕਿ ਤੁਹਾਡੇ ਕਿੰਨੇ ਇਹਨਾਂ ਦੇ ਵਿੱਚੋਂ ਸਹੀ ਨੇ 50 ਦੇ ਵਿੱਚੋਂ, ਕਮੈਂਟ ਕਰਕੇ। ਸੋ ਪਹਿਲਾ ਕੁਐਸਚਨ ਹੈ, ਚਨਾਬ ਨਦੀ ਦਾ ਰਿਗਵੇਦਿਕ ਨਾਮ ਕੀ ਸੀ? ਚਨਾਬ ਨਦੀ ਦਾ ਰਿਗਵੇਦਿਕ ਨਾਮ ਕੀ ਸੀ? ਪਹਿਲਾ ਹੀ ਆਪਸ਼ਨ ਹੈ ਸਤੁਦਰੀ, ਸਰਸਵਤੀ, ਅਸਕਨੀ, ਕੁੰਭਾ। ਠੀਕ ਹੈ, ਆਪਣੇ ਕੋਲ 4 ਆਪਸ਼ਨਾਂ ਨੇ, ਤੁਸੀਂ ਦੱਸਣਾ ਚਨਾਬ ਨਦੀ ਦਾ ਰਿਗਵੇਦਿਕ ਨਾਮ ਕੀ ਸੀ? ਸਤਦੂਰੀ, ਸਰਸਵਤੀ, ਅਸਕਨੀ ਜਾਂ ਕੁੰਭਾ। ਤੁਹਾਡੇ ਕੋਲ 2 ਸਕਿੰਟ ਨੇ। ਇਹਦਾ ਜੋ ਸਹੀ ਆਨਸਰ ਹੈ ਉਹ ਹੈ ਨੰਬਰ 3 ਅਸਕਨੀ। ਚਨਾਬ ਨਦੀ ਦਾ ਰਿਗਵੇਦਿਕ ਨੇਮ ਸੀ ਅਸਕਨੀ। ਸੋ ਅੱਗੇ ਆਪਾਂ ਗੱਲ ਕਰਦੇ ਹਾਂ ਦੂਜੇ ਕੁਐਸਚਨ ਦੀ। ਦੂਜਾ ਕੁਐਸਚਨ ਹੈ, ਗੌਤਮ ਬੁੱਧਾ ਜੀ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ? ਗੌਤਮ ਬੁੱਧਾ ਜੀ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ? ਆਪਸ਼ਨ ਹੈ ਕਾਸੀ ਨਗਰ, ਸਾਰਨਾਥ, ਵਾਰਾਣਸੀ ਜਾਂ ਇਹਨਾਂ ਵਿੱਚੋਂ ਕੋਈ ਨਹੀਂ। ਕੁਐਸਚਨ ਹੈ, ਗੌਤਮ ਬੁੱਧਾ ਜੀ ਨੇ ਆਪਣਾ ਪਹਿਲਾ ਉਪਦੇਸ਼ ਕਿੱਥੇ ਦਿੱਤਾ? ਸੋ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸਾਰਨਾਥ। ਜੋ ਗੌਤਮ ਬੁੱਧਾ ਜੀ ਨੇ ਆਪਣਾ ਪਹਿਲਾ ਉਪਦੇਸ਼ ਦਿੱਤਾ ਸੀ ਉਹ ਦਿੱਤਾ ਸੀ ਸਾਰਨਾਥ। ਉਸ ਤੋਂ ਬਾਅਦ ਜੋ ਹੈ ਕੁਐਸਚਨ ਹੈ ਆਪਣਾ ਤੀਜਾ, ਗੁਪਤਾ ਯੁੱਗ 319 ਗੁਪਤਾ ਯੁੱਗ ਕਿਸ ਨੇ ਸ਼ੁਰੂ ਕੀਤਾ? ਠੀਕ ਹੈ ਜੀ, ਇਹ ਕੁਐਸਚਨ ਹੈ ਗੁਪਤਾ ਯੁੱਗ ਕਿਸ ਨੇ ਸ਼ੁਰੂ ਕੀਤਾ? ਪਹਿਲੀ ਆਪਸ਼ਨ ਹੈ ਚੰਦਰਗੁਪਤਾ 2, ਚੰਦਰਗੁਪਤਾ 1, ਕੁਮਾਰਾ ਗੁਪਤਾ, ਸਮੁੰਦਰਾ ਗੁਪਤਾ। ਤੁਸੀਂ ਦੱਸਣਾ ਹੈ ਕਿ ਗੁਪਤਾ ਯੁੱਗ ਕਿਸ ਨੇ ਸ਼ੁਰੂ ਕੀਤਾ। ਇਹਦਾ ਜੋ ਸਹੀ ਆਨਸਰ ਹੈ ਉਹ ਹੈ ਚੰਦਰਗੁਪਤਾ 1। ਇਹਦਾ ਆਨਸਰ ਸਹੀ ਹੈ 2, ਚੰਦਰਗੁਪਤਾ 1। ਉਸ ਤੋਂ ਬਾਅਦ ਜੋ ਕੁਐਸਚਨ ਹੈ, ਪਹਿਲਾ ਤੁਰਕੀ ਭਾਰਤ ਕੌਣ ਆਇਆ ਸੀ? ਤੁਰਕੀ ਜਿਹੜਾ ਤੁਰਕ ਦੇਸ਼ ਦੇ ਵਿੱਚੋਂ ਆਇਆ ਸੀਗਾ, ਪਹਿਲਾ ਤੁਰਕੀ ਭਾਰਤ ਕੌਣ ਆਇਆ ਸੀ? ਪਹਿਲੀ ਆਪਸ਼ਨ ਹੈ ਮੁਹੰਮਦ ਬਿਨ ਕਾਸਿਮ, ਦੂਜੀ ਆਪਸ਼ਨ ਹੈ ਬਾਬਰ, ਤੀਜੀ ਆਪਸ਼ਨ ਹੈ ਮਹਿਮੂਦ ਗਜਨੀ, ਚੌਥੀ ਆਪਸ਼ਨ ਹੈ ਮਹਿਮੂਦ ਗੌਰੀ। ਤੁਸੀਂ ਦੱਸਣਾ ਹੈ ਕਿ ਪਹਿਲਾ ਤੁਰਕੀ ਭਾਰਤ ਕੌਣ ਆਇਆ ਸੀ। 2 ਸਕਿੰਟ ਨੇ ਤੁਹਾਡੇ ਕੋਲ। ਤਾਂ ਇਸ ਦਾ ਜੋ ਸਹੀ ਆਨਸਰ ਹੈ ਮਹਿਮੂਦ ਗਜਨੀ। ਮਹਿਮੂਦ ਗਜਨੀ ਜੋ ਪਹਿਲਾ ਤੁਰਕੀ ਭਾਰਤ ਆਇਆ ਸੀ। ਇਸ ਨੇ ਭਾਰਤ ਦੇ ਉੱਤੇ ਬਹੁਤ ਹਮਲੇ ਕੀਤੇ ਸੀ। ਉਸ ਤੋਂ ਬਾਅਦ ਜੋ ਕੁਐਸਚਨ ਹੈ, ਕਾਪਰ ਅਤੇ ਸਿਲਵਰ ਦੇ ਸਿੱਕੇ ਕਿਸ ਨੇ ਚਲਾਏ ਸਨ? ਕਾਪਰ ਅਤੇ ਸਿਲਵਰ ਦੇ ਸਿੱਕੇ ਕਿਸ ਨੇ ਚਲਵਾਏ ਸਨ? ਪਹਿਲੀ ਆਪਸ਼ਨ ਹੈ ਕੁਤਬਦੀਨ ਐਬਕ, ਦੂਜੀ ਹੈ ਇਲਤੁਤਮਿਸ, ਤੀਜੀ ਹੈ ਬਹਿਰਾਮ ਸ਼ਾਹ, ਚੌਥੀ ਹੈ ਜਲਾਲੂਦੀਨ ਖਿਲਜੀ। ਤੁਸੀਂ ਦੱਸਣਾ ਹੈ ਕਿ ਕਾਪਰ ਅਤੇ ਸਿਲਵਰ ਦੇ ਸਿੱਕੇ ਕਿਸ ਨੇ ਚਲਵਾਏ ਸਨ। ਇਹਦਾ ਜੋ ਆਨਸਰ ਹੈ 2, ਇਲਤੁਤਮਿਸ। ਕਾਪਰ ਅਤੇ ਸਿਲਵਰ ਦੇ ਸਿੱਕੇ ਇਲਤੁਤਮਿਸ ਨੇ ਚਲਵਾਏ ਸਨ। ਇਸ ਤੋਂ ਅੱਗੇ ਜੋ ਨੈਕਸਟ ਕੁਐਸਚਨ ਹੈ, ਜੌਣਾ ਖਾਨ ਪਹਿਲਾਂ ਕਿਸ ਦਾ ਨਾਮ ਸੀ? ਇਹ ਕੁਐਸਚਨ ਆਪਣਾ ਪੰਜਾਬ ਦੇ ਐਗਜ਼ਾਮ ਦੇ ਵਿੱਚ ਆਇਆ ਹੋਇਆ ਹੈ। ਜੌਣਾ ਪਹਿਲਾਂ ਕਿਸ ਦਾ ਨਾਮ ਸੀ? ਆਪਸ਼ਨ ਹੈ ਫਿਰੋਜ਼ ਸ਼ਾਹ ਤੁਗਲਕ, ਗਿਆਸੁਦੀਨ ਤੁਗਲਕ ਜਾਂ ਤੈਮੂਰ ਜਾਂ ਮੁਹੰਮਦ ਬਿਨ ਤੁਗਲਕ। ਤੁਸੀਂ ਦੱਸਣਾ ਹੈ ਕਿ ਜੌਣਾ ਪਹਿਲਾਂ ਕਿਸ ਦਾ ਨਾਮ ਸੀ। ਤਾਂ ਇਸ ਦਾ ਜੋ ਸਹੀ ਆਨਸਰ ਹੈ ਮੁਹੰਮਦ ਬਿਨ ਤੁਗਲਕ। ਮੁਹੰਮਦ ਬਿਨ ਤੁਗਲਕ ਦਾ ਪਹਿਲਾ ਨਾਮ ਜੌਣਾ ਸੀ।
ਉਸ ਤੋਂ ਬਾਅਦ ਜੋ ਕੁਐਸਚਨ ਹੈ, ਲੋਧੀ ਸਲਤਨਤ ਦਾ ਆਖਰੀ ਰਾਜਾ ਕੌਣ ਸੀ? ਜੋ ਆਪਣੀ ਦਿੱਲੀ ਆਪਾਂ ਪੜ੍ਹੀਏ ਦਿੱਲੀ ਸਲਤਨਤ, ਉਹਦੇ ਵਿੱਚ ਇੱਕ ਲੋਧੀ ਸਲਤਨਤ ਸੀ। ਉਹਦੇ ਵਿੱਚ ਆਉਂਦਾ ਸੀ ਇੱਕ ਲੋਧੀ ਸਲਤਨਤ ਦਾ ਆਖਰੀ ਰਾਜਾ ਕੌਣ ਸੀ? ਉਹ ਤੁਸੀਂ ਮੈਨੂੰ ਦੱਸਣਾ ਹੈ ਕਿ ਲੋਧੀ ਸਲਤਨਤ ਦਾ ਆਖਰੀ ਰਾਜਾ ਕੌਣ ਸੀ? ਇਬਰਾਹਿਮ ਲੋਧੀ, ਸਿਕੰਦਰ ਲੋਧੀ, ਬਹਿਲੋਲ ਲੋਧੀ ਜਾਂ ਤੈਮੂਰ? ਤੁਸੀਂ ਮੈਨੂੰ ਦੱਸਣਾ ਹੈ ਕਿ ਲੋਧੀ ਸਲਤਨਤ ਦਾ ਅਖੀਰਲਾ ਰਾਜਾ ਕੌਣ ਸੀ? ਇਹਦਾ ਜੋ ਸਹੀ ਆਨਸਰ ਹੈ ਉਹ ਹੈ ਆਪਸ਼ਨ ਨੰਬਰ 1। ਆਪਸ਼ਨ ਨੰਬਰ 1 ਇਬਰਾਹਿਮ ਲੋਧੀ। ਇਬਰਾਹਿਮ ਲੋਧੀ ਸੀ ਜੋ ਲੋਧੀ ਸਲਤਨਤ ਦਾ ਅਖੀਰਲਾ ਰਾਜਾ ਸੀ। ਉਸ ਤੋਂ ਬਾਅਦ ਹੈ ਚੰਦੇਰੀ ਦਾ ਯੁੱਧ ਕਦੋਂ ਹੋਇਆ? ਚੰਦੇਰੀ ਦਾ ਯੁੱਧ ਕਦੋਂ ਹੋਇਆ? 1527 ਈਸਵੀ, 1528 ਈਸਵੀ, 1529 ਈਸਵੀ, 1530 ਈਸਵੀ? ਤੁਸੀਂ ਦੱਸਣਾ ਹੈ ਕਿ ਚੰਦੇਰੀ ਦਾ ਯੁੱਧ ਕਦੋਂ ਹੋਇਆ। ਇਹਦਾ ਜੋ ਸਹੀ ਆਨਸਰ ਹੈ ਉਹ ਹੈ 1528 ਈਸਵੀ। ਚੰਦੇਰੀ ਦਾ ਯੁੱਧ ਹੋਇਆ ਸੀ 1528 ਈਸਵੀ ਦੇ ਵਿੱਚ ਹੋਇਆ ਸੀ, 20 ਜਨਵਰੀ 1528। ਇਹ ਜੋ ਯੁੱਧ ਆ ਬਾਬਰ ਅਤੇ ਮਦੀਨੀ ਰਾਏ ਦੇ ਵਿੱਚ ਹੋਇਆ ਸੀ। ਉਸ ਤੋਂ ਅਗਾਂਹ ਜੋ ਕੁਐਸਚਨ ਹੈ, GT ਰੋਡ ਕਿਸ ਨੇ ਬਣਵਾਏ? GT ਰੋਡ ਕਿਸ ਨੇ ਬਣਵਾਏ? ਜੋ ਆਪਣੇ GT ਰੋਡ ਚੱਲਦੇ ਨੇ ਕਿਸ ਨੇ ਬਣਵਾਏ ਸਨ? ਹੁਮਾਯੂੰ, ਅਕਬਰ, ਔਰੰਗਜ਼ੇਬ ਜਾਂ ਸ਼ੇਰਸ਼ਾਹ ਸੂਰੀ? ਤੁਸੀਂ ਦੱਸਣਾ ਹੈ ਕਿ GT ਰੋਡ ਕਿਸ ਨੇ ਬਣਵਾਏ ਸਨ। ਇਹਦਾ ਜੋ ਸਹੀ ਆਪਸ਼ਨ ਹੈ ਉਹ ਹੈ 4 ਸ਼ੇਰਸ਼ਾਹ ਸੂਰੀ। ਸ਼ੇਰਸ਼ਾਹ ਸੂਰੀ ਨੇ GT ਰੋਡ ਬਣਵਾਏ ਸਨ। ਉਸ ਤੋਂ ਬਾਅਦ ਜੋ ਕੁਐਸਚਨ ਹੈ, ਹਲਦੀ ਘਾਟੀ ਦੀ ਲੜਾਈ ਕਦੋਂ ਹੋਈ? ਹਲਦੀ ਘਾਟੀ ਦੀ ਲੜਾਈ ਕਦੋਂ ਹੋਈ? 1577, 1578, 1576, 1575? ਤੁਸੀਂ ਦੱਸਣਾ ਹੈ ਹਲਦੀ ਘਾਟੀ ਦੀ ਲੜਾਈ ਕਦੋਂ ਹੋਈ। ਇਹ ਜੋ ਲੜਾਈ ਹੋਈ ਸੀ 18 ਜੂਨ 1576। ਇਹਦਾ ਆਪਸ਼ਨ ਨੰਬਰ 3 18 ਜੂਨ 1576 ਨੂੰ ਹੋਈ ਸੀ ਹਲਦੀ ਘਾਟੀ ਦੀ ਲੜਾਈ। ਉਸ ਤੋਂ ਬਾਅਦ ਜੋ ਕੁਐਸਚਨ ਹੈ ਆਪਣੇ ਕੋਲੇ, 1608 ਦੇ ਵਿੱਚ ਈਸਟ ਇੰਡੀਆ ਵੱਲੋਂ ਜਹਾਂਗੀਰ ਦੇ ਦਰਬਾਰ ਵਿੱਚ ਕੌਣ ਆਇਆ ਸੀ? ਈਸਟ ਇੰਡੀਆ ਕੰਪਨੀ ਵੱਲੋਂ ਜਹਾਂਗੀਰ ਦੇ ਦਰਬਾਰ ਵਿੱਚ ਕੌਣ ਆਇਆ ਸੀ 1608 ਈਸਵੀ ਦੇ ਵਿੱਚ? ਪਹਿਲੀ ਆਪਸ਼ਨ ਹੈ ਕੈਪਟਨ ਵਿਲੀਅਮ ਹਾਕਨਸ, ਦੂਸਰੀ ਹੈ ਥੋਮਸ ਰਾਏ, ਕੈਪਟਨ ਪੀਟਰ ਮੁੰਡੇ, ਕੈਪਟਨ ਜੌਨ ਅਲਬਰਟ? ਤੁਸੀਂ ਦੱਸਣਾ ਹੈ ਕਿ 1608 ਵਿੱਚ ਈਸਟ ਇੰਡੀਆ ਵੱਲੋਂ ਜਹਾਂਗੀਰ ਦੇ ਦਰਬਾਰ ਵਿੱਚ ਕੌਣ ਆਇਆ ਸੀ। ਇਹਦਾ ਜੋ ਸਹੀ ਆਨਸਰ ਹੈ ਆਪਸ਼ਨ ਨੰਬਰ 1 ਕੈਪਟਨ ਵਿਲੀਅਮ ਹਾਕਨਸ ਆਇਆ ਸੀ ਜਹਾਂਗੀਰ ਦੇ ਦਰਬਾਰ ਦੇ ਵਿੱਚ। ਉਸ ਤੋਂ ਬਾਅਦ ਜੋ ਕੁਐਸਚਨ ਹੈ, ਜਿੰਦਾ ਪੀਰ ਕਿਸ ਨੂੰ ਕਿਹਾ ਜਾਂਦਾ ਸੀ? ਜਿੰਦਾ ਪੀਰ ਕਿਸ ਨੂੰ ਕਿਹਾ ਜਾਂਦਾ ਸੀ? ਪਹਿਲੀ ਆਪਸ਼ਨ ਹੈ ਅਕਬਰ, ਦੂਜੀ ਸ਼ਾਹਜਹਾਂ, ਤੀਜੀ ਬਾਬਰ, ਚੌਥਾ ਔਰੰਗਜ਼ੇਬ? ਜਿੰਦਾ ਪੀਰ ਕਿਸ ਨੂੰ ਕਿਹਾ ਜਾਂਦਾ ਸੀ? ਤਾਂ ਇਸ ਦਾ ਜੋ ਸਹੀ ਆਨਸਰ ਹੈ ਔਰੰਗਜ਼ੇਬ। ਔਰੰਗਜ਼ੇਬ ਨੂੰ ਜਿੰਦਾ ਪੀਰ ਕਿਹਾ ਜਾਂਦਾ ਸੀ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਅੱਗੇ ਨੈਕਸਟ ਇੰਪੋਰਟੈਂਟ ਕੁਐਸਚਨ ਹੈ, ਬਹੁਤ ਜ਼ਿਆਦਾ ਇੰਪੋਰਟੈਂਟ। ਸਲਵਾਈ ਦੀ ਸੰਧੀ ਅੰਗਰੇਜ਼ਾਂ ਅਤੇ ਮਰਾਠਿਆਂ ਵਿਚਕਾਰ ਕਦੋਂ ਹੋਈ? ਸਲਵਾਈ ਦੀ ਸੰਧੀ ਕਦੋਂ ਹੋਈ ਸੀ? ਇਹ ਜੋ ਹੋਈ ਸੀ ਆਪਸ਼ਨ ਨੰਬਰ 1 ਤੁਹਾਡੇ ਕੋਲ ਹੈ, ਤੁਸੀਂ ਦੱਸਣਾ ਹੈ 1782, 1802, 1779, 1780? ਇਹ ਤੁਸੀਂ ਦੱਸਣਾ ਹੈ ਕਿ ਸਲਵਾਈ ਦੀ ਸੰਧੀ ਕਦੋਂ ਹੋਈ ਸੀ। ਸੋ ਇਸ ਦਾ ਸਹੀ ਆਨਸਰ ਹੈ 1782। 1782 ਦੇ ਵਿੱਚ ਇਹ ਸੰਧੀ ਹੋਈ ਸੀ। ਉਸ ਤੋਂ ਨੈਕਸਟ ਜੋ ਕੁਐਸਚਨ ਹੈ, ਪਹਿਲਾ ਪੁਰਤਗਾਲੀ ਭਾਰਤ ਕੌਣ ਆਇਆ? ਪਹਿਲਾ ਪੁਰਤਗਾਲੀ ਭਾਰਤ ਕੌਣ ਆਇਆ? ਫ੍ਰਾਂਸੋ ਡੀ ਅਲਮੀਡਾ, ਵਾਸਕੋ ਡੀ ਗਾਮਾ, ਥੋਮਸ ਰਾਏ ਜਾਂ ਇਹਨਾਂ 'ਚ ਕੋਈ ਨਹੀਂ? ਤੁਸੀਂ ਦੱਸਣਾ ਹੈ ਕਿ ਪਹਿਲਾ ਪੁਰਤਗਾਲੀ ਭਾਰਤ ਕੌਣ ਆਇਆ। ਤਾਂ ਇਸ ਦਾ ਜੋ ਸਹੀ ਆਨਸਰ ਹੈ ਵਾਸਕੋ ਡੀ ਗਾਮਾ। ਵਾਸਕੋ ਡੀ ਗਾਮਾ ਜੋ ਪਹਿਲਾ ਪੁਰਤਗਾਲੀ ਸੀ ਜੋ ਭਾਰਤ ਆਇਆ ਸੀ 1498 ਦੇ ਵਿੱਚ। ਸੋ ਨੈਕਸਟ ਕੁਐਸਚਨ ਹੈ, ਪਹਿਲਾ ਐਂਗਲੋ ਫਰਾਂਸ ਯੁੱਧ ਕਦੋਂ ਹੋਇਆ?
ਪਹਿਲਾ ਐਂਗਲੋ ਫਰਾਂਸ ਯੁੱਧ ਕਦੋਂ ਹੋਇਆ? ਪਹਿਲੀ ਆਪਸ਼ਨ ਹੈ 1746 48, 1749 54, 1758 ਤੋਂ 1763, 1746 ਤੋਂ 1750। ਤੁਸੀਂ ਦੱਸਣਾ ਪਹਿਲਾ ਐਂਗਲੋ ਫਰਾਂਸ ਯੁੱਧ ਕਦੋਂ ਹੋਇਆ। ਇਹ ਹੋਇਆ ਸੀ 1746 ਤੋਂ 1748 ਤੱਕ। ਇਸ ਦਾ ਸਹੀ ਆਨਸਰ ਹੈ 1। ਉਸ ਤੋਂ ਨੈਕਸਟ ਜੋ ਕੁਐਸਚਨ ਹੈ, ਮੰਗਲੌਰ ਦੀ ਸੰਧੀ ਕਦੋਂ ਹੋਈ? ਮੰਗਲੌਰ ਦੀ ਸੰਧੀ ਕਦੋਂ ਹੋਈ? 1783, 1782, 1785, 1784। ਤੁਸੀਂ ਦੱਸਣਾ ਹੈ ਕਿ ਮੰਗਲੌਰ ਦੀ ਸੰਧੀ ਕਦੋਂ ਹੋਈ। ਇਹਦਾ ਜੋ ਸਹੀ ਆਨਸਰ ਹੈ 1784। ਉਸ ਤੋਂ ਅੱਗੇ ਜੋ ਨੈਕਸਟ ਕੁਐਸਚਨ ਹੈ, ਆਰੀਆ ਸਮਾਜ ਦੇ ਮੋਢੀ ਕੌਣ ਸਨ? ਆਰੀਆ ਸਮਾਜ ਦੇ ਮੋਢੀ ਕੌਣ ਸਨ? ਰਾਜਾ ਰਾਮ ਮੋਹਨ ਰਾਏ, ਸਵਾਮੀ ਵਿਵੇਕਾਨੰਦ, ਕੇਸ਼ਵ ਚੰਦਰਾ ਸੈਨ, ਸਵਾਮੀ ਦਇਆਨੰਦ ਸਰਸਵਤੀ। ਤੁਸੀਂ ਦੱਸਣਾ ਹੈ ਆਰੀਆ ਸਮਾਜ ਦੇ ਮੋਢੀ ਕੌਣ ਸਨ। ਇਹਦਾ ਜੋ ਸਹੀ ਆਨਸਰ ਹੈ ਸਵਾਮੀ ਦਇਆਨੰਦ ਸਰਸਵਤੀ। ਆਰੀਆ ਸਮਾਜ ਦੇ ਜੋ ਮੋਢੀ ਸਨ ਸਵਾਮੀ ਦਇਆਨੰਦ ਸਰਸਵਤੀ। 1857 ਦੇ ਕਾਨਪੁਰ ਦੇ ਵਿਦਰੋਹ ਦੇ ਲੀਡਰ ਕੌਣ ਸਨ? 1857 ਜੋ ਆਪਣਾ ਵਿਰੋਧ ਹੋਇਆ ਸੀ ਉਹਦੇ ਕਾਨਪੁਰ ਦੇ ਵਿਦਰੋਹ ਦੇ ਲੀਡਰ ਕੌਣ ਸਨ? ਪਹਿਲੀ ਆਪਸ਼ਨ ਲਿਆਕਤ ਅਲੀ, ਦੂਸਰੀ ਨਾਨਾ ਸਾਹਿਬ, ਤੀਸਰੀ ਕੁੰਵਰ ਸਿੰਘ, ਚੌਥੀ ਬਹਾਦਰ ਸ਼ਾਹ 2। ਤੁਸੀਂ ਦੱਸਣਾ ਹੈ ਕਿ ਕਾਨਪੁਰ ਦੇ ਵਿਦਰੋਹ ਦੇ ਲੀਡਰ ਕੌਣ ਸਨ। ਇਹਦਾ ਸਹੀ ਜੋ ਆਨਸਰ ਹੈ ਨਾਨਾ ਸਾਹਿਬ। ਨਾਨਾ ਸਾਹਿਬ ਦਾ ਜੋ ਮੁੱਢਲਾ ਨਾਮ ਸੀ ਧੁੰਦੂ ਪੰਤ, ਉਹ ਮੈਂ ਤੁਹਾਨੂੰ ਦੱਸਿਆ ਸੀ ਕਿ ਇਹਦਾ ਮੁੱਢਲਾ ਨਾਮ ਯਾਦ ਰੱਖਣਾ ਧੁੰਦੂ ਪੰਤ। ਇਹ ਕੁਐਸਚਨ ਵੀ ਇੰਪੋਰਟੈਂਟ ਹੈ ਨਾਨਾ ਸਾਹਿਬ ਦਾ। ਇਹਦਾ ਸਹੀ ਆਨਸਰ ਹੈ 2 ਨਾਨਾ ਸਾਹਿਬ। ਨੈਕਸਟ ਕੁਐਸਚਨ ਹੈ, ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰਧਾਨ ਕੌਣ ਸਨ? ਮੋਸਟ ਇੰਪੋਰਟੈਂਟ ਕੁਐਸਚਨ। ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰਧਾਨ ਕੌਣ ਸਨ? ਪਹਿਲੀ ਆਪਸ਼ਨ WC ਬੈਨਰਜੀ, ਦੂਜੀ AO ਹਿਊਮ, ਤੀਜੀ ਦਾਦਾ ਭਾਈ ਨਾਰੋਜੀ, ਚੌਥੀ ਸੁਰਿੰਦਰ ਨਾਥ ਬੈਨਰਜੀ। ਤੇ ਦੱਸਣਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਹਿਲੇ ਪ੍ਰਧਾਨ ਕੌਣ ਸਨ। ਇਹਦਾ ਸਹੀ ਆਨਸਰ ਹੈ WC ਬੈਨਰਜੀ। ਤੁਸੀਂ ਕਨਫਿਊਜ਼ ਨਹੀਂ ਹੋਣਾ AO ਹਿਊਮ ਤੇ WC ਬੈਨਰਜੀ ਦੇ ਵਿੱਚ, ਕਿਉਂਕਿ AO ਹਿਊਮ ਨੇ ਤਾਂ ਕਾਂਗਰਸ ਦੀ ਸਥਾਪਨਾ ਕੀਤੀ ਸੀ। ਜੋ ਪਹਿਲੇ ਪ੍ਰਧਾਨ ਸੀ WC ਬੈਨਰਜੀ। ਉਸ ਤੋਂ ਨੈਕਸਟ ਕੁਐਸਚਨ ਹੈ, ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਭਾਰਤੀ ਔਰਤ ਪ੍ਰਧਾਨ ਕੌਣ ਸੀ? ਕੌਣ ਬਣੀ ਸੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਭਾਰਤੀ ਔਰਤ ਪ੍ਰਧਾਨ ਕੌਣ ਬਣੀ ਸੀ? ਪਹਿਲੀ ਆਪਸ਼ਨ ਫਿਰੋਜ਼ ਸ਼ਾਹ ਮਹਿਤਾ, ਐਨੀ ਬੇਸੈਂਟ, ਸਰੋਜਨੀ ਨਾਇਡੂ, ਇੰਦਰਾ ਗਾਂਧੀ। ਤੁਸੀਂ ਦੱਸਣਾ ਹੈ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੀ ਪਹਿਲੀ ਭਾਰਤੀ ਔਰਤ ਪ੍ਰਧਾਨ ਕੌਣ ਬਣੀ ਸੀ। ਇਹਦਾ ਜੋ ਸਹੀ ਆਨਸਰ ਹੈ ਆਪਸ਼ਨ ਨੰਬਰ 3 ਸਰੋਜਨੀ ਨਾਇਡੂ। ਨੈਕਸਟ ਕੁਐਸਚਨ, ਬੰਦੇ ਮਾਤਰਮ ਦੀ ਰਚਨਾ ਕਿਸਨੇ ਕੀਤੀ? ਬੰਦੇ ਮਾਤਰਮ ਦੀ ਰਚਨਾ ਕਿਸਨੇ ਕੀਤੀ? ਪਹਿਲੀ ਆਪਸ਼ਨ ਰਵਿੰਦਰਨਾਥ ਟੈਗੋਰ, ਲਾਲਾ ਲਾਜਪਤ ਰਾਏ, ਬੈਂਕਮ ਚੰਦਰ ਚੈਟਰਜੀ, ਚੌਥੀ ਮਹਾਤਮਾ ਗਾਂਧੀ। ਤੁਸੀਂ ਦੱਸਣਾ ਹੈ ਕਿ ਬੰਦੇ ਮਾਤਰਮ ਦੀ ਰਚਨਾ ਕਿਸਨੇ ਕੀਤੀ। ਇਹਦਾ ਆਨਸਰ ਹੈ ਬੈਂਕਮ ਚੰਦਰਾ ਚੈਟਰਜੀ। ਬੈਂਕਮ ਚੰਦਰਾ ਚੈਟਰਜੀ ਨੇ ਜੋ ਬੰਦੇ ਮਾਤਰਮ ਦੀ ਰਚਨਾ ਕੀਤੀ ਸੀ। ਉਸ ਤੋਂ ਅੱਗੇ ਜੋ ਨੈਕਸਟ ਕੁਐਸਚਨ ਹੈ, ਸੂਰਤ ਦੀ ਵੰਡ ਕਦੋਂ ਹੋਈ? ਸੂਰਤ ਦੀ ਵੰਡ ਕਦੋਂ ਹੋਈ? ਪਹਿਲੀ ਆਪਸ਼ਨ 1905, ਦੂਸਰੀ ਆਪਸ਼ਨ 1907, ਤੀਜੀ ਆਪਸ਼ਨ 1906, ਚੌਥੀ ਆਪਸ਼ਨ 1909। ਤੁਸੀਂ ਦੱਸਣਾ ਹੈ ਕਿ ਸੂਰਤ ਦੀ ਵੰਡ ਕਦੋਂ ਹੋਈ। ਤਾਂ ਇਹਦਾ ਸਹੀ ਆਨਸਰ ਹੈ 1907। ਜੋ ਸੂਰਤ ਦੀ ਵੰਡ ਹੋਈ ਸੀ 1907 ਦੇ ਵਿੱਚ, ਤੇ ਜੋ ਬੰਗਾਲ ਦੀ ਵੰਡ ਹੋਈ ਸੀ 1905 ਦੇ ਵਿੱਚ। ਇਹ ਤੁਸੀਂ ਯਾਦ ਰੱਖਣੇ ਦੋਵੇਂ ਸ਼ਹਿਰ, ਸੂਰਤ ਅਤੇ ਬੰਗਾਲ। ਉਸ ਤੋਂ ਅੱਗੇ ਨੈਕਸਟ ਕੁਐਸਚਨ ਹੈ, ਮਹਾਤਮਾ ਗਾਂਧੀ ਦਾ ਭਾਰਤ ਵਿੱਚ ਪਹਿਲਾ ਅੰਦੋਲਨ ਕਿਹੜਾ ਸੀ? ਉਸ ਤੋਂ ਪਹਿਲਾਂ ਆਪਾਂ ਨੂੰ ਪਤਾ ਹੈ ਕਿ ਮਹਾਤਮਾ ਗਾਂਧੀ ਪਹਿਲਾਂ ਦੱਖਣ ਅਫਰੀਕਾ ਦੇ ਵਿੱਚ ਰਹਿੰਦੇ ਸਨ, ਅਤੇ ਜਦੋਂ ਭਾਰਤ ਆਏ ਤਾਂ ਭਾਰਤ ਵਿੱਚ ਉਹਨਾਂ ਦਾ ਪਹਿਲਾ ਅੰਦੋਲਨ ਕਿਹੜਾ ਸੀ? ਸੱਤਿਆਗ੍ਰਹਿ ਅੰਦੋਲਨ, ਖਿਲਾਫਤ ਅੰਦੋਲਨ, ਸੱਤਿਆਗ੍ਰਹਿ ਅੰਦੋਲਨ, ਚੰਪਾਰਨ ਅੰਦੋਲਨ। ਤੁਸੀਂ ਦੱਸਣਾ ਕਿ ਮਹਾਤਮਾ ਗਾਂਧੀ ਦਾ ਭਾਰਤ ਵਿੱਚ ਪਹਿਲਾ ਅੰਦੋਲਨ ਕਿਹੜਾ ਸੀ। ਤਾਂ ਇਸ ਦਾ ਸਹੀ ਆਨਸਰ ਹੈ ਚੰਪਾਰਨ ਅੰਦੋਲਨ। ਆਪਸ਼ਨ ਨੰਬਰ 4 ਚੰਪਾਰਨ ਅੰਦੋਲਨ ਮਹਾਤਮਾ ਗਾਂਧੀ ਜੀ ਦਾ ਪਹਿਲਾ ਅੰਦੋਲਨ ਸੀ ਜਿਹੜਾ ਕਿ ਨੀਲ ਖੇਤੀ ਦੇ ਵਿਰੁੱਧ ਕੀਤਾ ਗਿਆ ਸੀ। ਚੌਰਾ ਚੋਰੀ ਦੀ ਘਟਨਾ ਕਦੋਂ ਹੋਈ? ਚੌਰਾ ਚੋਰੀ ਦੀ ਘਟਨਾ ਕਦੋਂ ਹੋਈ? ਇਹ ਤੁਸੀਂ ਦੱਸਣਾ ਕਿ ਚੌਰਾ ਚੋਰੀ ਦੀ ਘਟਨਾ ਕਦੋਂ ਹੋਈ। ਇਹ ਵੀ ਇੰਪੋਰਟੈਂਟ ਹੈ। 5 ਫਰਵਰੀ 1923, 6 ਫਰਵਰੀ 1923, 5 ਫਰਵਰੀ 1922, 8 ਫਰਵਰੀ 1922। ਤੁਹਾਡੇ ਕੋਲ 2 ਸਕਿੰਟ ਨੇ ਦੱਸਣਾ ਹੈ ਕਿ ਚੌਰਾ ਚੋਰੀ ਦੀ ਘਟਨਾ ਕਦੋਂ ਹੋਈ। ਇਹਦਾ ਜੋ ਸਹੀ ਆਨਸਰ ਹੈ ਆਪਸ਼ਨ ਨੰਬਰ 3 ਚੌਰਾ ਚੋਰੀ ਦੀ ਘਟਨਾ ਹੋਈ 5 ਫਰਵਰੀ 1922 ਨੂੰ।
ਨੈਕਸਟ ਕੁਐਸਚਨ ਹੈ ਜੋ ਪੂਰਨ ਸਵਰਾਜ ਦੀ ਗੱਲ ਕਾਂਗਰਸ ਦੇ ਕਿਸ ਸੈਸ਼ਨ ਵਿੱਚ ਕੀਤੀ ਗਈ। ਪੂਰਨ ਸਵਰਾਜ ਦੀ ਗੱਲ ਕਾਂਗਰਸ ਦੇ ਕਿਸ ਸੈਸ਼ਨ ਵਿੱਚ ਕੀਤੀ ਗਈ। ਆਪਸ਼ਨ ਹੈ ਕਲਕੱਤਾ, ਲਾਹੌਰ, ਬੰਬੇ, ਚੇਨਈ। ਤੁਸੀਂ ਦੱਸਣਾ ਹੈ ਕਿ ਪੂਰਨ ਸਵਰਾਜ ਦੀ ਗੱਲ ਕਾਂਗਰਸ ਦੇ ਕਿਸ ਸੈਸ਼ਨ ਵਿੱਚ ਕੀਤੀ ਗਈ। ਇਹ ਤੁਹਾਨੂੰ ਜਿਹੜੇ ਸੈਸ਼ਨ ਕਰਾਏ ਸੀ ਕਾਂਗਰਸ ਦੇ ਉਹਨਾਂ ਦੇ ਵਿੱਚੋਂ ਹੀ ਹੈ ਕੁਐਸਚਨ। ਤਾਂ ਇਸਦਾ ਜੋ ਸਹੀ ਆਨਸਰ ਹੈ ਲਾਹੌਰ। ਲਾਹੌਰ ਦੇ ਸੈਸ਼ਨ ਦੇ ਵਿੱਚ ਪੂਰਨ ਸਵਰਾਜ ਦੀ ਗੱਲ ਕੀਤੀ ਗਈ ਸੀ। ਉਸ ਤੋਂ ਬਾਅਦ ਜੋ ਕੁਐਸਚਨ ਹੈ ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ। ਭਾਰਤ ਛੱਡੋ ਅੰਦੋਲਨ ਕਦੋਂ ਸ਼ੁਰੂ ਹੋਇਆ। 8 ਅਗਸਤ 1942, 9 ਨਵੰਬਰ 1942, 10 ਅਗਸਤ 1942, 9 ਅਗਸਤ 1942। ਤੁਸੀਂ ਦੱਸਣਾ ਕਿ ਭਾਰਤ ਛੱਡੋ ਦਾ ਅੰਦੋਲਨ ਕਦੋਂ ਸ਼ੁਰੂ ਹੋਇਆ। ਇਹ ਹੋਇਆ ਸੀ ਜੀ 8 ਅਗਸਤ 1942। ਭਾਰਤ ਛੱਡੋ ਅੰਦੋਲਨ ਜੋ ਹੋਇਆ ਸੀ 8 ਅਗਸਤ 1942। ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀ। ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀ। ਆਪਸ਼ਨ ਹੈ ਵਾਰਨ ਹੈਸਟਿੰਗ, ਲਾਰਡ ਕਲਾਈਵ, ਲਾਰਡ ਕੈਨਿੰਗ, ਲਾਰਡ ਬੈਂਟਿਕ। ਇਹ ਤੁਸੀਂ ਦੱਸਣਾ ਹੈ ਬੰਗਾਲ ਦਾ ਪਹਿਲਾ ਗਵਰਨਰ ਕੌਣ ਸੀ। ਤਾਂ ਇਸਦਾ ਜੋ ਸਹੀ ਆਨਸਰ ਹੈ ਜੀ ਲਾਰਡ ਕਲਾਈਵ। ਬੰਗਾਲ ਦਾ ਜੋ ਪਹਿਲਾ ਗਵਰਨਰ ਸੀ ਲਾਰਡ ਕਲਾਈਵ। ਉਸ ਤੋਂ ਬਾਅਦ ਜੋ ਕੁਐਸਚਨ ਹੈ ਕਾन्हा ਨੈਸ਼ਨਲ ਪਾਰਕ ਕਿੱਥੇ ਹੈ। ਕਾन्हा ਨੈਸ਼ਨਲ ਪਾਰਕ ਕਿੱਥੇ ਹੈ ਇਹ ਤੁਸੀਂ ਮੈਨੂੰ ਦੱਸਣਾ ਹੈ। ਪਹਿਲੀ ਆਪਸ਼ਨ ਹੈ ਅਸਾਮ, ਦੂਸਰੀ ਹੈ ਗੁਜਰਾਤ, ਤੀਸਰੀ ਹੈ ਮੱਧ ਪ੍ਰਦੇਸ਼, ਚੌਥੀ ਹੈ ਉੱਤਰ ਪ੍ਰਦੇਸ਼। ਤੁਸੀਂ ਦੱਸਣਾ ਹੈ ਕਿ ਕਾन्हा ਨੈਸ਼ਨਲ ਪਾਰਕ ਕਿੱਥੇ ਹੈ। 2 ਸਕਿੰਟ ਨੇ ਜੀ ਤੁਹਾਡੇ ਕੋਲ। ਤਾਂ ਜੋ ਇਹ ਕਾन्हा ਨੈਸ਼ਨਲ ਪਾਰਕ ਹੈ ਇਹ ਹੈ ਮੱਧ ਪ੍ਰਦੇਸ਼ ਦੇ ਵਿੱਚ। ਆਪਸ਼ਨ ਨੰਬਰ 3 ਸਹੀ ਹੈ। ਉਸ ਤੋਂ ਬਾਅਦ ਹੈ ਰਾਜੀਵ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ ਕਿੱਥੇ ਹੈ। ਰਾਜੀਵ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ ਕਿੱਥੇ ਹੈ। ਪਹਿਲੀ ਆਪਸ਼ਨ ਹੈ ਹੈਦਰਾਬਾਦ, ਦੂਸਰੀ ਆਪਸ਼ਨ ਹੈ ਅੰਮ੍ਰਿਤਸਰ, ਤੀਜੀ ਆਪਸ਼ਨ ਹੈ ਬੰਗਲੌਰ, ਚੌਥੀ ਆਪਸ਼ਨ ਹੈ ਕਲਕੱਤਾ। ਤੁਸੀਂ ਦੱਸਣਾ ਹੈ ਕਿ ਰਾਜੀਵ ਗਾਂਧੀ ਇੰਟਰਨੈਸ਼ਨਲ ਹਵਾਈ ਅੱਡਾ ਕਿੱਥੇ ਹੈ। ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਹੈਦਰਾਬਾਦ। ਉਸ ਤੋਂ ਬਾਅਦ ਜੋ 30 ਨੰਬਰ ਕੁਐਸਚਨ ਹੈ ਜਗਨਨਾਥ ਮੰਦਿਰ ਕਿੱਥੇ ਸਥਿਤ ਹੈ। ਜਗਨਨਾਥ ਮੰਦਿਰ ਕਿੱਥੇ ਸਥਿਤ ਹੈ। ਪਹਿਲੀ ਆਪਸ਼ਨ ਮੁੰਬਈ, ਦੂਜੀ ਆਪਸ਼ਨ ਕਲਕੱਤਾ, ਤੀਜੀ ਆਪਸ਼ਨ ਉੜੀਸਾ, ਚੌਥੀ ਆਪਸ਼ਨ ਹੈਦਰਾਬਾਦ। ਤੁਹਾਡੇ ਕੋਲ 2 ਸਕਿੰਟ ਨੇ ਜੀ ਦੱਸਣਾ ਜਗਨਨਾਥ ਮੰਦਿਰ ਕਿੱਥੇ ਸਥਿਤ ਹੈ। ਇੱਦਾਂ ਹੀ ਜੋ ਸਹੀ ਆਨਸਰ ਹੈ ਉਹ ਹੈ ਉੜੀਸਾ। ਜਗਨਨਾਥ ਮੰਦਿਰ ਉੜੀਸਾ ਦੇ ਵਿੱਚ ਸਥਿਤ ਹੈ। ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਮੈਕਮੋਹਨ ਲਾਈਨ ਕਿਸ ਦੇਸ਼ ਦੇ ਵਿਚਕਾਰ ਹੈ। ਮੈਕਮੋਹਨ ਲਾਈਨ ਕਿਸ ਦੇਸ਼ ਦੇ ਵਿਚਕਾਰ ਹੈ। 2 ਦੇਸ਼ਾਂ ਦੇ ਵਿਚਕਾਰ ਲਾਈਨਾਂ ਹੁੰਦੀਆਂ ਨੇ ਤਾਂ ਤੁਸੀਂ ਦੱਸਣਾ ਹੈ ਕਿ ਮੈਕਮੋਹਨ ਲਾਈਨ ਕਿਸ ਦੇਸ਼ ਦੇ ਵਿਚਕਾਰ ਹੈ। ਪਹਿਲੀ ਆਪਸ਼ਨ ਪਾਕਿਸਤਾਨ ਅਤੇ ਅਫਗਾਨਿਸਤਾਨ, ਦੂਸਰੀ ਆਪਸ਼ਨ ਭਾਰਤ ਅਤੇ ਪਾਕਿਸਤਾਨ, ਤੀਸਰੀ ਆਪਸ਼ਨ USA ਅਤੇ ਕੈਨੇਡਾ, ਚੌਥੀ ਆਪਸ਼ਨ ਭਾਰਤ ਅਤੇ ਚੀਨ। ਤੁਸੀਂ ਦੱਸਣਾ ਹੈ ਕਿ ਮੈਕਮੋਹਨ ਲਾਈਨ ਕਿਸ ਦੇਸ਼ ਦੇ ਵਿਚਕਾਰ ਹੈ। ਤਾਂ ਇਸਦਾ ਜੋ ਸਹੀ ਆਨਸਰ ਹੈ ਭਾਰਤ ਅਤੇ ਚੀਨ। ਮੈਕਮੋਹਨ ਲਾਈਨ ਭਾਰਤ ਅਤੇ ਚੀਨ ਦੇ ਵਿਚਕਾਰ ਹੈ। ਸੋ ਜੋ ਨੈਕਸਟ ਕੁਐਸਚਨ ਹੈ ਗ੍ਰੇਨਾਈਟ ਸ਼ਹਿਰ ਕਿਸ ਨੂੰ ਕਿਹਾ ਜਾਂਦਾ ਹੈ। ਗ੍ਰੇਨਾਈਟ ਸ਼ਹਿਰ ਕਿਸ ਨੂੰ ਕਿਹਾ ਜਾਂਦਾ ਹੈ। ਸੋ ਇਸ ਦੀ ਜੋ ਪਹਿਲੀ ਆਪਸ਼ਨ ਹੈ ਆਸਟ੍ਰੇਲੀਆ, ਦੂਜੀ ਆਪਸ਼ਨ ਹੈ ਸਕਾਟਲੈਂਡ, ਤੀਜੀ ਆਪਸ਼ਨ ਹੈ ਜਾਪਾਨ, ਚੌਥੀ ਆਪਸ਼ਨ ਹੈ ਨਾਰਵੇ। ਤੁਸੀਂ ਦੱਸਣਾ ਹੈ ਕਿ ਗ੍ਰੇਨਾਈਟ ਸ਼ਹਿਰ ਕਿਸ ਨੂੰ ਕਿਹਾ ਜਾਂਦਾ ਹੈ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਸਕਾਟਲੈਂਡ। ਸਕਾਟਲੈਂਡ ਨੂੰ ਗ੍ਰੇਨਾਈਟ ਸ਼ਹਿਰ ਕਿਹਾ ਜਾਂਦਾ ਹੈ। ਜੋ ਨੈਕਸਟ ਕੁਐਸਚਨ ਹੈ ਗ੍ਰਾਮ ਪੰਚਾਇਤਾਂ ਦਾ ਸੰਗਠਨ ਕਿਸ ਆਰਟੀਕਲ ਵਿੱਚ ਆਉਂਦਾ ਹੈ। ਗ੍ਰਾਮ ਪੰਚਾਇਤਾਂ ਦਾ ਸੰਗਠਨ ਕਿਸ ਆਰਟੀਕਲ ਦੇ ਵਿੱਚ ਆਉਂਦਾ ਹੈ। ਪਹਿਲੀ ਆਪਸ਼ਨ ਆਰਟੀਕਲ 41, ਆਰਟੀਕਲ 43, ਆਰਟੀਕਲ 42, ਆਰਟੀਕਲ 40। ਤੇ ਦੱਸਣਾ ਕਿ ਗ੍ਰਾਮ ਪੰਚਾਇਤਾਂ ਦਾ ਸੰਗਠਨ ਕਿਸ ਆਰਟੀਕਲ ਦੇ ਵਿੱਚ ਆਉਂਦਾ ਹੈ। ਇਹਦਾ ਜੋ ਸਹੀ ਆਨਸਰ ਹੈ ਉਹ ਹੈ ਆਰਟੀਕਲ 40। ਆਰਟੀਕਲ 40 ਦੇ ਵਿੱਚ ਗ੍ਰਾਮ ਪੰਚਾਇਤਾਂ ਦਾ ਸੰਗਠਨ ਆਉਂਦਾ ਹੈ। ਉਸ ਤੋਂ ਬਾਅਦ ਜੋ ਕੁਐਸਚਨ ਹੈ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਸੰਗਠਨ ਕਿਸ ਆਰਟੀਕਲ ਵਿੱਚ ਆਉਂਦਾ ਹੈ। ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਸੰਗਠਨ ਕਿਸ ਆਰਟੀਕਲ ਵਿੱਚ ਆਉਂਦਾ ਹੈ। ਪਹਿਲੀ ਆਪਸ਼ਨ ਆਰਟੀਕਲ 48, ਆਰਟੀਕਲ 49, ਆਰਟੀਕਲ 47, ਆਰਟੀਕਲ 48A। ਤੁਸੀਂ ਦੱਸਣਾ ਹੈ ਕਿ ਖੇਤੀਬਾੜੀ ਅਤੇ ਪਸ਼ੂ ਪਾਲਣ ਦਾ ਸੰਗਠਨ ਕਿਸ ਆਰਟੀਕਲ ਦੇ ਵਿੱਚ ਆਉਂਦਾ ਹੈ। ਤਾਂ ਜੋ ਇਸ ਦਾ ਸਹੀ ਆਨਸਰ ਹੈ ਉਹ ਹੈ ਆਰਟੀਕਲ 48। ਖੇਤੀਬਾੜੀ ਅਤੇ ਪਸ਼ੂ ਪਾਲਣ ਸੰਗਠਨ ਆਰਟੀਕਲ 48 ਦੇ ਅੰਦਰ ਆਉਂਦਾ ਹੈ। ਉਸ ਤੋਂ ਅੱਗੇ ਜੋ ਕੁਐਸਚਨ ਹੈ ਪਾਰਲੀਮੈਂਟ ਕਿਸ ਆਰਟੀਕਲ ਅੰਦਰ ਆਉਂਦੀ ਹੈ। ਪਾਰਲੀਮੈਂਟ ਕਿਸ ਆਰਟੀਕਲ ਅੰਦਰ ਆਉਂਦੀ ਹੈ। ਆਰਟੀਕਲ 80, ਆਰਟੀਕਲ 79, ਆਰਟੀਕਲ 78, ਆਰਟੀਕਲ 81। ਤੁਸੀਂ ਦੱਸਣਾ ਹੈਗਾ ਪਾਰਲੀਮੈਂਟ ਕਿਸ ਆਰਟੀਕਲ ਅੰਦਰ ਆਉਂਦੀ ਹੈ। ਤਾਂ ਇਸ ਦਾ ਜੋ ਸਹੀ ਆਨਸਰ ਹੈ ਉਹ ਹੈ ਆਰਟੀਕਲ 79।
79 ਪਾਰਲੀਮੈਂਟ ਆਰਟੀਕਲ 79 ਦੇ ਵਿੱਚ ਆਉਂਦੀ ਹੈ। ਨੈਕਸਟ ਕੁਐਸਚਨ ਹੈ, ਰਾਜ ਸਭਾ ਵਿੱਚ 12 ਮੈਂਬਰ ਸਾਇੰਸ ਖਿਡਾਰੀ ਆਰਟ ਵਾਲੇ ਨੂੰ ਕੌਣ ਨਾਮਜ਼ਦ ਕਰਦਾ ਹੈ? ਰਾਜ ਸਭਾ ਦੇ ਵਿੱਚ 12 ਮੈਂਬਰ ਜੋ ਆਪਣੇ ਹੁੰਦੇ ਨੇ ਸਾਇੰਸ ਖਿਡਾਰੀ ਆਰਟ ਵਾਲੇ ਨੂੰ ਕੌਣ ਨਾਮਜ਼ਦ ਕਰਦਾ ਹੈ? ਤਾਂ ਪਹਿਲਾ ਹੀ ਆਪਸ਼ਨ ਹੈ ਰਾਸ਼ਟਰਪਤੀ, ਦੂਸਰੀ ਆਪਸ਼ਨ ਹੈ ਪ੍ਰਧਾਨ ਮੰਤਰੀ, ਤੀਸਰੀ ਆਪਸ਼ਨ ਹੈ ਗਵਰਨਰ, ਚੌਥੀ ਆਪਸ਼ਨ ਹੈ ਸੁਪਰੀਮ ਕੋਰਟ ਦਾ ਜੱਜ। ਤੁਸੀਂ ਦੱਸਣਾ ਹੈ ਕਿ ਰਾਜ ਸਭਾ ਵਿੱਚ 12 ਮੈਂਬਰਾਂ ਨੂੰ ਜਿਹੜੇ ਆਪਣੇ ਸਾਇੰਸ ਖਿਡਾਰੀ ਜਾਂ ਇਹਦੇ ਨਾਲ ਰਿਲੇਟਡ ਹੁੰਦੇ ਕੌਣ ਨਾਮਜ਼ਦ ਕਰਦਾ ਹੈ? ਤਾਂ ਇਹਦਾ ਜੋ ਸਹੀ ਆਨਸਰ ਹੈ ਉਹ ਹੈ ਪ੍ਰਧਾਨ ਮੰਤਰੀ। ਪ੍ਰਧਾਨ ਮੰਤਰੀ ਜੋ 12 ਮੈਂਬਰਾਂ ਨੂੰ ਨਾਮਜ਼ਦ ਕਰਦਾ ਹੈ। ਉਸ ਤੋਂ ਬਾਅਦ ਜੋ ਕੁਐਸਚਨ ਹੈ, ਸਟੇਟ ਐਮਰਜੈਂਸੀ ਕਿਸ ਆਰਟੀਕਲ ਵਿੱਚ ਆਉਂਦੀ ਹੈ? ਸਟੇਟ ਐਮਰਜੈਂਸੀ ਕਿਸ ਆਰਟੀਕਲ ਵਿੱਚ ਆਉਂਦੀ ਹੈ? 352 ਆਰਟੀਕਲ, ਦੂਜੀ ਆਪਸ਼ਨ 356 ਆਰਟੀਕਲ, ਤੀਜੀ ਆਪਸ਼ਨ 360 ਆਰਟੀਕਲ, ਚੌਥੀ ਆਪਸ਼ਨ ਕੋਈ ਨਹੀਂ। ਤੁਸੀਂ ਦੱਸਣਾ ਹੈ ਕਿ ਸਟੇਟ ਐਮਰਜੈਂਸੀ ਕਿਸ ਆਰਟੀਕਲ ਵਿੱਚ ਆਉਂਦੀ ਹੈ। ਤਾਂ ਇਸ ਦਾ ਜੋ ਸਹੀ ਆਨਸਰ ਹੈ, ਜੋ ਸਟੇਟ ਆਰਟੀਕਲ ਆਉਂਦਾ ਹੈ ਉਹ 356 ਆਰਟੀਕਲ ਦੇ ਵਿੱਚ ਆਉਂਦੀ ਹੈ। ਸਟੇਟ ਐਮਰਜੈਂਸੀ ਜੋ ਆਉਂਦੀ ਹੈ 356 ਆਰਟੀਕਲ ਦੇ ਵਿੱਚ ਆਉਂਦੀ ਹੈ। ਜੋ ਆਪਣੀ ਨੈਸ਼ਨਲ ਐਮਰਜੈਂਸੀ ਹੁੰਦੀ ਹੈ ਉਹ ਹੁੰਦੀ ਹੈ 352 ਆਰਟੀਕਲ ਵਿੱਚ, ਸਟੇਟ ਆਉਂਦੀ ਹੈ 356 ਆਰਟੀਕਲ, ਅਤੇ ਫਾਈਨੈਂਸ ਜਿਹੜੀ ਐਮਰਜੈਂਸੀ ਹੁੰਦੀ ਹੈ ਉਹ ਹੁੰਦੀ ਹੈ 360 ਆਰਟੀਕਲ ਦੇ ਵਿੱਚ। ਤੁਸੀਂ ਯਾਦ ਰੱਖਣੇ ਇੰਪੋਰਟੈਂਟ ਆਰਟੀਕਲ ਨੇ। ਲੋਕ ਸਭਾ ਵਿੱਚ ਐਂਗਲੋ ਇੰਡੀਆ ਦੇ ਕਿੰਨੇ ਮੈਂਬਰ ਹੁੰਦੇ ਹਨ? ਲੋਕ ਸਭਾ ਵਿੱਚ ਐਂਗਲੋ ਇੰਡੀਆ ਦੇ ਕਿੰਨੇ ਮੈਂਬਰ ਹੁੰਦੇ ਹਨ? ਪਹਿਲੀ ਆਪਸ਼ਨ 12, ਦੂਜੀ ਆਪਸ਼ਨ 2, ਤੀਜੀ ਆਪਸ਼ਨ 5, ਚੌਥੀ ਆਪਸ਼ਨ 7। ਤੁਸੀਂ ਦੱਸਣਾ ਕਿ ਲੋਕ ਸਭਾ ਵਿੱਚ ਐਂਗਲੋ ਇੰਡੀਆ ਦੇ ਕਿੰਨੇ ਮੈਂਬਰ ਹੁੰਦੇ ਹਨ। ਤਾਂ ਇਹਦਾ ਜੋ ਸਹੀ ਆਨਸਰ ਹੈ ਉਹ ਹੈ 2। ਲੋਕ ਸਭਾ ਦੇ ਵਿੱਚ ਐਂਗਲੋ ਇੰਡੀਆ ਦੇ 2 ਮੈਂਬਰ ਹੁੰਦੇ ਹਨ। ਸੋ ਇਸ ਤੋਂ ਬਾਅਦ ਜੋ ਆਪਣਾ ਨੈਕਸਟ ਕੁਐਸਚਨ ਹੈ, ਨੈਸ਼ਨਲ ਗਾਣਾ ਜਨ ਗਣ ਮਨ ਪਹਿਲੀ ਵਾਰ ਕਦੋਂ ਗਾਇਆ ਗਿਆ? ਨੈਸ਼ਨਲ ਗਾਣਾ ਜੋ ਆਪਣਾ ਜਨ ਗਣ ਮਨ ਪਹਿਲੀ ਵਾਰ ਕਦੋਂ ਗਾਇਆ ਗਿਆ? ਪਹਿਲੀ ਆਪਸ਼ਨ ਹੈ 1911, ਦੂਜੀ ਆਪਸ਼ਨ ਹੈ 1909, ਤੀਜੀ ਆਪਸ਼ਨ ਹੈ 1886, ਚੌਥੀ ਆਪਸ਼ਨ ਹੈ 1906। ਤੁਸੀਂ ਦੱਸਣਾ ਹੈ ਕਿ ਨੈਸ਼ਨਲ ਗਾਣਾ ਜਨ ਗਣ ਮਨ ਪਹਿਲੀ ਵਾਰ ਕਦੋਂ ਗਾਇਆ ਗਿਆ? ਇਹ ਗਾਇਆ ਗਿਆ ਸੀ 1911 ਦੇ ਕਲਕੱਤਾ ਦੇ ਸੈਸ਼ਨ ਦੇ ਵਿੱਚ। ਜੋ ਆਪਣਾ ਜਨ ਗਣ ਮਨ ਹੈ ਪਹਿਲੀ ਵਾਰੀ ਗਾਇਆ ਗਿਆ ਸੀ ਕਲਕੱਤਾ ਦੇ 1911 ਦੇ ਸੈਸ਼ਨ ਦੇ ਵਿੱਚ ਇਹ ਗਾਇਆ ਗਿਆ ਸੀ। ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਭਾਰਤ ਦੇ ਕੌਣ ਬਣੇ ਸਨ? ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਭਾਰਤ ਦੇ ਕੌਣ ਬਣੇ ਸਨ? ਪਹਿਲੀ ਆਪਸ਼ਨ ਸੁਕੁਮਾਰ ਸੈਨ, SP ਸੈਨ, BV ਟੰਡਨ, MS ਗਿੱਲ, ਚੌਥੀ ਆਪਸ਼ਨ ਹੈ MS ਗਿੱਲ। ਤੁਸੀਂ ਦੱਸਣਾ ਕਿ ਪਹਿਲੇ ਚੀਫ ਇਲੈਕਸ਼ਨ ਕਮਿਸ਼ਨਰ ਭਾਰਤ ਦੇ ਕੌਣ ਸਨ। ਤਾਂ ਇਹਦਾ ਜੋ ਸਹੀ ਆਨਸਰ ਹੈ ਸੁਕੁਮਾਰ ਜੈਨ। ਆਪਸ਼ਨ ਨੰਬਰ 1 ਸਹੀ ਹੈ, ਕਰੈਕਟ ਹੈ। ਉਸ ਤੋਂ ਬਾਅਦ ਤੁਸੀਂ ਕੁਐਸਚਨ ਹੈ ਆਪਣਾ ਜੋ ਅਕਾਲ ਤਖਤ ਸਾਹਿਬ ਦੀ ਉਸਾਰੀ ਕਿਸ ਗੁਰੂ ਨੇ ਕਰਵਾਈ? ਇਹ ਸਾਰੇ ਤੁਹਾਨੂੰ ਕੁਐਸਚਨ ਆਉਂਦੇ ਹੀ ਹੋਣਗੇ ਕਿਉਂਕਿ ਆਪਾਂ ਜੋ ਸਿੱਖਾਂ ਦੇ ਵਿੱਚ ਪੜ੍ਹਿਆ ਤਾਂ ਇਹ ਤੁਹਾਨੂੰ ਆਉਂਦੇ ਹੀ ਹੋਣਗੇ ਕੁਐਸਚਨ ਸਾਰੇ। ਸੋ ਆਪਾਂ ਡਿਸਕਸ ਕਰਦੇ ਹਾਂ, ਅਕਾਲ ਤਖਤ ਸਾਹਿਬ ਦੀ ਉਸਾਰੀ ਕਿਸ ਗੁਰੂ ਨੇ ਕਰਵਾਈ? ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ੍ਰੀ ਗੁਰੂ ਅਰਜਨ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਜੀ। ਤੁਸੀਂ ਦੱਸਣਾ ਹੈ ਕਿ ਅਕਾਲ ਤਖਤ ਸਾਹਿਬ ਦੀ ਉਸਾਰੀ ਕਿਸ ਗੁਰੂ ਨੇ ਕਰਵਾਈ। ਤਾਂ ਇਹਦਾ ਜੋ ਸਹੀ ਆਨਸਰ ਹੈ ਸ੍ਰੀ ਗੁਰੂ ਹਰਗੋਬਿੰਦ ਜੀ। ਠੀਕ ਹੈ ਜੀ। ਅਗਲਾ ਜੋ ਕੁਐਸਚਨ ਹੈ, ਕਿਸ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ? ਕਿਸ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ? ਪਹਿਲਾ ਹੈ ਨਰਮੋਹ ਦਾ ਯੁੱਧ, ਦੂਸਰਾ ਹੈ ਬਸੌਲੀ ਦਾ ਯੁੱਧ, ਤੀਸਰਾ ਹੈ ਨਦੌਣ ਦਾ ਯੁੱਧ, ਚੌਥਾ ਹੈ ਭੰਗਾਣੀ ਦਾ ਯੁੱਧ। ਤੁਸੀਂ ਦੱਸਣਾ ਕਿ ਕਿਸ ਯੁੱਧ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ। ਤਾਂ ਜੋ ਇਹਦਾ ਜੋ ਸਹੀ ਆਨਸਰ ਹੈ ਉਹ ਹੈ ਨਦੌਣ ਦਾ ਯੁੱਧ। ਨਦੌਣ ਦੇ ਯੁੱਧ ਵਿੱਚ ਗੁਰੂ ਜੀ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ ਸੀ। ਉਸ ਤੋਂ ਬਾਅਦ ਜੋ ਕੁਐਸਚਨ ਹੈ, ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਮ ਕੀ ਸੀ? ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਮ ਕੀ ਸੀ? ਪਹਿਲੀ ਆਪਸ਼ਨ ਹੈ ਮਾਧੋ ਦਾਸ, ਦੂਸਰੀ ਹੈ ਬੁੱਧ ਸਿੰਘ, ਤੀਸਰੀ ਹੈ ਨਰਾਇਣ ਦਾਸ, ਚੌਥੀ ਹੈ ਹਾਕਮ ਸਿੰਘ। ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਮ ਕੀ ਸੀ? ਤਾਂ ਇਹਦਾ ਜੋ ਸਹੀ ਆਨਸਰ ਹੈ ਉਹ ਹੈ ਮਾਧੋ ਦਾਸ। ਬੰਦਾ ਸਿੰਘ ਬਹਾਦਰ ਦਾ ਨਾਮ ਮਾਧੋ ਦਾਸ ਸੀ, ਮਾਧੋ ਦਾਸ ਬਰਾਗੀ। ਸ਼ੁਕਰ ਚੱਕੀਆਂ ਮਿਸਲ ਦਾ ਮੋਢੀ ਕੌਣ ਸੀ? ਇਹ ਵੀ ਇੰਪੋਰਟੈਂਟ ਕੁਐਸਚਨ ਹੈ, ਇਹ ਵੀ ਆਇਆ ਹੋਇਆ ਹੈ। ਸ਼ੁਕਰ ਚੱਕੀਆਂ ਮਿਸਲ ਦਾ ਮੋਢੀ ਕੌਣ ਸੀ? ਆਪਸ਼ਨਾਂ ਨੇ ਰਣਜੀਤ ਸਿੰਘ, ਦੂਜੀ ਆਪਸ਼ਨ ਮਹਾਂ ਸਿੰਘ, ਤੀਜੀ ਆਪਸ਼ਨ ਹੀਰਾ ਸਿੰਘ, ਚੌਥੀ ਆਪਸ਼ਨ ਚੜ੍ਹਤ ਸਿੰਘ। ਤੁਸੀਂ ਦੱਸਣਾ ਹੈ ਕਿ ਸ਼ੁਕਰ ਚੱਕੀਆਂ ਮਿਸਲ ਦਾ ਮੋਢੀ ਕੌਣ ਸੀ। ਤਾਂ ਇਹਦਾ ਜੋ ਸਹੀ ਆਨਸਰ ਹੈ ਉਹ ਹੈ ਚੜ੍ਹਤ ਸਿੰਘ। ਸ਼ੁਕਰ ਚੱਕੀਆਂ ਮਿਸਲ ਦਾ ਮੋਢੀ ਚੜ੍ਹਤ ਸਿੰਘ ਸੀ। ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਕਦੋਂ ਸ਼ਾਮਲ ਕੀਤਾ ਗਿਆ? ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਕਦੋਂ ਸ਼ਾਮਲ ਕੀਤਾ ਗਿਆ? 28 ਮਾਰਚ 1848, 29 ਮਾਰਚ 1849, 28 ਮਾਰਚ 1849, 29 ਮਾਰਚ 1848। ਤੁਸੀਂ ਮੈਨੂੰ ਦੱਸਣਾ ਹੈ ਕਿ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਕਦੋਂ ਸ਼ਾਮਲ ਕੀਤਾ ਗਿਆ।
ਇਹਦਾ ਜੋ ਸਹੀ ਆਨਸਰ ਹੈ ਉਹ ਹੈ 28 ਮਾਰਚ 1849। 28 ਮਾਰਚ 1849 ਨੂੰ ਪੰਜਾਬ ਨੂੰ ਬ੍ਰਿਟਿਸ਼ ਸਾਮਰਾਜ ਦੇ ਵਿੱਚ ਸ਼ਾਮਲ ਕੀਤਾ ਗਿਆ। ਉਸ ਤੋਂ ਅੱਗੇ ਹੈ ਗਦਰ ਪਾਰਟੀ ਨਾਲ ਸੰਬੰਧਿਤ ਕੌਣ ਨਹੀਂ। ਇਹਨਾਂ ਵਿੱਚੋਂ ਜਿਹੜੇ ਗਦਰ ਪਾਰਟੀ ਦੇ ਨਾਲ ਸੰਬੰਧਿਤ ਕੌਣ ਨਹੀਂ ਹੈ, ਪਹਿਲਾ ਹੈ ਸੋਹਣ ਸਿੰਘ ਭਕਨਾ, ਦੂਜਾ ਹੈ ਕਰਤਾਰ ਸਿੰਘ ਸਰਾਭਾ, ਤੀਜਾ ਹੈ ਲਾਲਾ ਹਰਦਿਆਲ ਸਿੰਘ, ਚੌਥਾ ਹੈ ਭਗਤ ਸਿੰਘ। ਤੁਸੀਂ ਦੱਸਣਾ ਹੈ ਕਿ ਗਦਰ ਪਾਰਟੀ ਨਾਲ ਸੰਬੰਧਿਤ ਕੌਣ ਨਹੀਂ ਸੀ। ਤਾਂ ਇਸਦਾ ਜੋ ਸਹੀ ਆਨਸਰ ਹੈ ਗਦਰ ਪਾਰਟੀ ਨਾਲ ਸੰਬੰਧਿਤ ਭਗਤ ਸਿੰਘ ਨਹੀਂ ਸੀ, ਕਿਉਂਕਿ ਸੋਹਣ ਸਿੰਘ ਭਕਨਾ ਨੇ ਤਾਂ ਗਦਰ ਪਾਰਟੀ ਬਣਾਈ ਸੀ। ਕਿ ਕੁਐਸਚਨ ਯਾਦ ਰੱਖਣਾ, ਗਦਰ ਪਾਰਟੀ ਜੋ ਸੀ ਸੋਹਣ ਸਿੰਘ ਭਕਨਾ ਨੇ ਬਣਵਾਈ ਸੀ। ਉਸ ਤੋਂ ਬਾਅਦ ਜੋ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿੱਚ ਆਈ। ਸ਼੍ਰੋਮਣੀ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿੱਚ ਆਈ? 16 ਨਵੰਬਰ 1920, 14 ਦਸੰਬਰ 1926, 16 ਨਵੰਬਰ 1925, 14 ਦਸੰਬਰ 1925। ਤੁਸੀਂ ਦੱਸਣਾ ਹੈ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਕਦੋਂ ਹੋਂਦ ਵਿੱਚ ਆਈ। ਦਾ ਜੋ ਸਹੀ ਆਨਸਰ ਹੈ ਉਹ ਹੈ 16 ਨਵੰਬਰ 1920। ਜੋ ਸ਼੍ਰੋਮਣੀ ਕਮੇਟੀ ਜੋ ਹੋਂਦ ਵਿੱਚ ਆਈ ਸੀ 16 ਨਵੰਬਰ 1920 ਨੂੰ ਆਈ ਸੀ। ਉਸ ਤੋਂ ਬਾਅਦ ਜੋ ਕੁਐਸਚਨ ਹੈ ਆਪਣਾ, ਨੌਜਵਾਨ ਭਾਰਤ ਸਭਾ ਦਾ ਜਨਰਲ ਸਕੱਤਰ ਕੌਣ ਸੀ। ਨੌਜਵਾਨ ਭਾਰਤ ਸਭਾ ਦਾ ਜਨਰਲ ਸਕੱਤਰ ਕੌਣ ਸੀ? ਪਹਿਲੀ ਆਪਸ਼ਨ ਹੈ ਸੁਖਦੇਵ ਸਿੰਘ, ਦੂਜੀ ਆਪਸ਼ਨ ਹੈ ਭਗਤ ਸਿੰਘ, ਤੀਜੀ ਆਪਸ਼ਨ ਹੈ ਚਰਨ ਵੋਹਰਾ, ਚੌਥੀ ਆਪਸ਼ਨ ਹੈ ਇਹਨਾਂ ਵਿੱਚੋਂ ਕੋਈ ਨਹੀਂ। ਨੌਜਵਾਨ ਭਾਰਤ ਸਭਾ ਦਾ ਜਨਰਲ ਸਕੱਤਰ ਕੌਣ ਸੀ? ਤਾਂ ਇਸਦਾ ਜੋ ਸਹੀ ਆਨਸਰ ਹੈ ਜੀ ਭਗਤ ਸਿੰਘ। ਭਗਤ ਸਿੰਘ ਜੋ ਨੌਜਵਾਨ ਭਾਰਤ ਸਭਾ ਦਾ ਜਨਰਲ ਸਕੱਤਰ ਸੀ। ਭਾਰਤ ਵਿੱਚ ਪਹਿਲਾ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ? ਭਾਰਤ ਵਿੱਚ ਪਹਿਲਾ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ? ਪਹਿਲੀ ਆਪਸ਼ਨ ਹੈ 26 ਜਨਵਰੀ 1929, ਦੂਸਰੀ ਆਪਸ਼ਨ 26 ਜਨਵਰੀ 1931, ਤੀਸਰੀ ਆਪਸ਼ਨ 26 ਜਨਵਰੀ 1930, ਚੌਥੀ ਆਪਸ਼ਨ ਹੈ ਜੀ 26 ਜਨਵਰੀ 1928। ਤੁਸੀਂ ਦੱਸਣਾ ਹੈ ਕਿ ਭਾਰਤ ਵਿੱਚ ਪਹਿਲਾ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ। ਤੁਹਾਡੇ ਕੋਲ 2 ਸਕਿੰਟ ਨੇ, ਤੁਸੀਂ ਦੱਸਣਾ ਹੈ ਇਹਦਾ ਆਨਸਰ ਵੀ ਭਾਰਤ ਵਿੱਚ ਪਹਿਲਾ ਸੁਤੰਤਰਤਾ ਦਿਵਸ ਕਦੋਂ ਮਨਾਇਆ ਗਿਆ। ਭਾਰਤ ਵਿੱਚ ਜੋ ਇਹਦਾ ਆਨਸਰ ਹੈ ਜੀ ਭਾਰਤ ਵਿੱਚ ਜੋ ਪਹਿਲਾ ਸੁਤੰਤਰਤਾ ਦਿਵਸ ਮਨਾਇਆ ਗਿਆ ਸੀ 26 ਜਨਵਰੀ 1930। ਇਹਦਾ ਆਪਸ਼ਨ ਨੰਬਰ 3 ਸਹੀ ਹੈ। ਉਸ ਤੋਂ ਬਾਅਦ ਜੋ ਕੁਐਸਚਨ ਹੈ ਜੀ ਲਾਸਟ ਕੁਐਸਚਨ ਆਪਣਾ, ਚੱਕ ਨਾਨਕੀ ਦੀ ਨੀਂਹ ਕਿਸ ਗੁਰੂ ਜੀ ਨੇ ਰੱਖੀ। ਚੱਕ ਨਾਨਕੀ ਦੀ ਨੀਂਹ ਕਿਸ ਗੁਰੂ ਜੀ ਨੇ ਰੱਖੀ? ਸਭ ਤੋਂ ਪਹਿਲੀ ਆਪਸ਼ਨ ਹੈ ਗੁਰੂ ਨਾਨਕ ਦੇਵ ਜੀ, ਦੂਸਰੀ ਆਪਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ, ਤੀਸਰੀ ਆਪਸ਼ਨ ਹੈ ਗੁਰੂ ਅਰਜਨ ਦੇਵ ਜੀ, ਚੌਥੀ ਆਪਸ਼ਨ ਹੈ ਗੁਰੂ ਤੇਗ ਬਹਾਦਰ ਜੀ। ਤੁਸੀਂ ਦੱਸਣਾ ਹੈ ਕਿ ਚੱਕ ਨਾਨਕੀ ਦੀ ਨੀਂਹ ਕਿਸ ਗੁਰੂ ਜੀ ਨੇ ਰੱਖੀ। ਇਹਦਾ ਜੋ ਸਹੀ ਆਨਸਰ ਹੈ ਚੱਕ ਨਾਨਕੀ ਦੀ ਨੀਂਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਰੱਖੀ ਸੀ। ਠੀਕ ਹੈ ਜੀ, ਆਪਸ਼ਨ ਨੰਬਰ 4 ਇਹਦਾ ਕਰੈਕਟ ਆ। ਇਹ ਆਪਾਂ ਸਾਰੇ ਜੋ ਵੀ ਆਪਣੇ 1 ਤੋਂ 50 MCQ ਸਨ ਆਪਾਂ ਸਾਰੇ ਹੀ ਡਿਸਕਸ ਕੀਤੇ ਹਨ। ਸੋ ਤੁਹਾਡੇ ਜਿੰਨੇ ਵੀ 50 ਦੇ ਵਿੱਚੋਂ ਜਿੰਨੇ ਵੀ ਕੁਐਸਚਨ ਸਹੀ ਨੇ ਕਰੈਕਟ ਨੇ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਸਾਡੇ ਇੰਨੇ ਕੁਐਸਚਨ ਸਹੀ ਨੇ। ਸੋ ਆਪਾਂ ਨੂੰ ਪਤਾ ਹੀ ਹੈ ਕਿ ਕੱਲ੍ਹ ਸਾਰਿਆਂ ਦਾ ਐਗਜ਼ਾਮ ਹੈ 9 ਤਰੀਕ ਨੂੰ। ਸੋ ਸਾਰਿਆਂ ਨੂੰ ਐਗਜ਼ਾਮ ਦੇ ਲਈ ਆਲ ਦੀ ਬੈਸਟ। ਸਾਰਿਆਂ ਨੇ ਵਧੀਆ ਵਧੀਆ ਆਪਣਾ ਪੇਪਰ ਕਰਕੇ ਆਉਣਾ। ਸੋ ਆਪਣਾ ਜੋ ਨੈਕਸਟ ਕੋਈ ਆਉਣਗੇ ਪੰਜਾਬ ਦੇ ਐਗਜ਼ਾਮ, NTT ਦਾ ਐਗਜ਼ਾਮ ਹੋਇਆ ਜਾਂ ਪੰਜਾਬ ਪਟਵਾਰੀ ਜਾਂ ਹੋਰ ਵੀ ਕੋਈ ਐਗਜ਼ਾਮ ਹੋਣਗੇ, ਆਪਾਂ ਇਸ ਤਰ੍ਹਾਂ ਹੀ YouTube ਦੇ ਉੱਤੇ ਵੀਡੀਓ ਪਾਉਂਦੇ ਰਹਾਂਗੇ। ਤਾਂ ਸਾਰਿਆਂ ਨੂੰ ਹੀ ਐਗਜ਼ਾਮ ਦੇ ਲਈ ਆਲ ਦੀ ਬੈਸਟ। ਸਾਰਿਆਂ ਨੇ ਵਧੀਆ ਵਧੀਆ ਐਗਜ਼ਾਮ ਕਰਕੇ ਆਉਣਾ ਹੈ। ਸੋ ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਮੇਰੇ ਜੋ ਵੀ ਵੀਡੀਓ ਨੇ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ ਅਤੇ ਕਮੈਂਟ ਕਰੋ। ਆਲ ਦੀ ਬੈਸਟ ਸਾਰਿਆਂ ਨੂੰ। ਧੰਨਵਾਦ, ਥੈਂਕ ਯੂ।